ਧਾਰਮਿਕ ਸਥਾਨਾਂ 'ਤੇ ਵੀ ਅਕਸਰ ਲੋਕ ਆਪਣੀਆਂ ਸੁੱਖ ਦੀਆਂ ਮੰਗਾਂ ਚਾਹਤਾਂ ਕਰਕੇ ਹੀ ਆਉਂਦੇ ਹਨ। ਅਤੇ ਜ਼ਿਆਦਾ ਧਾਰਮਿਕ ਸਥਾਨ ਜਿਹੜੇ ਹਨ ਉਹ ਇਹਨਾਂ ਮੰਗਾਂ ਦੇ ਕਰਕੇ ਹੀ ਚੱਲਦੇ ਹਨ। ਮੰਗਾਂ ਮੰਗਣ ਵਾਲਿਆਂ ਦੇ ਕਰਕੇ ਹੀ ਚੱਲਦੇ ਹਨ, ਕਿਉਂਕਿ ਉਹ ਆਉਂਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਆਸਵਾਸਨ ਬਣਿਆ ਰਹਿੰਦਾ ਹੈ ਅਤੇ ਜੁੜੇ ਰਹਿੰਦੇ ਹਨ। ਕਿਸੇ ਨਾ ਕਿਸੇ ਦੀ ਪੂਰੀ ਵੀ ਹੋ ਜਾਂਦੀ ਹੈ, ਕਿਸੇ ਦੀ ਅਧੂਰੀ ਵੀ ਰਹਿ ਜਾਂਦੀ ਹੈ, ਤੋਂ ਜੁੜ ਜਾਂਦੇ ਹਨ ਸਥਾਨ ਦੇ ਨਾਲ। ਅਤੇ ਬਹੁਤੇ ਸਥਾਨਾਂ ਦੇ ਨਾਲ ਜੁੜੇ ਹੋਏ ਹਨ। ਜਿਵੇਂ ਅੱਜ ਹੀ ਸਵੇਰੇ ਭੋਜਨ ਕਰਕੇ ਬਾਹਰ ਖੜ੍ਹੇ ਸੀ ਅਤੇ 2 ਆਦਮੀ ਆਏ। ਉਹ ਇੱਕਦਮ ਦੇਖਿਆ ਉਹਨਾਂ ਨੇ ਅਤੇ ਇੱਕ ਨੇ ਕਿਹਾ ਵੀ ਇਹ ਕਿਸੇ ਦਾ ਘਰ ਲੱਗਦਾ ਹੈ ਯਾਰ, ਗਲਤ ਜਗ੍ਹਾ 'ਤੇ ਆ ਗਏ। ਦੂਸਰੇ ਨੇ ਪੁੱਛ ਲਿਆ ਆਣ ਕੇ ਕੋਲ ਵੀ ਅਸੀਂ ਨਿਰਗੁਣ ਨਾਥ ਦੀ ਜਗ੍ਹਾ 'ਤੇ ਜਾਣਾ। ਮੈਨੂੰ ਤਾਂ ਖਿਆਲ ਵਿੱਚ ਨਹੀਂ ਸੀ। ਉਹਨਾਂ ਨੇ ਦੱਸਿਆ ਵੀ ਇੱਦਾਂ ਖੱਡ ਦੇ ਵਿੱਚ ਇੱਕ ਕਮਰਾ ਜਿਹਾ ਬਣਿਆ ਹੈ। ਫਿਰ ਮੈਨੂੰ ਖਿਆਲ ਆਇਆ ਵੀ ਉੱਧਰ ਕਮਰਾ ਇੱਕ ਬਣਿਆ ਹੋਇਆ ਹੈ, ਵੀ ਤੁਸੀਂ ਗਲਤ ਆ ਗਏ, ਉੱਧਰ ਚਲੇ ਜਾਓ। ਹੁਣ ਇਹਨਾਂ ਨੂੰ ਪਤਾ ਹੀ ਨਹੀਂ ਹੈ, ਕਿਸੇ ਨੇ ਦੱਸ ਦਿੱਤਾ ਹੋਣਾ ਵੀ ਫਲਾਨੀ ਜਗ੍ਹਾ ਸਥਾਨ ਹੈ, ਉੱਥੇ ਮੱਥਾ ਟੇਕ ਕੇ ਆਓ, ਤੁਹਾਡੀ ਕਾਮਨਾ ਪੂਰੀ ਹੋ ਜਾਵੇ। ਅਤੇ ਇੱਕ ਦੂਸਰੇ ਦੇ ਦੱਸਿਆਂ ਵੀ ਲੋਕ ਜਾਂਦੇ ਹਨ, ਕਿਉਂਕਿ ਬਹੁਤ ਚਾਹਤਾਂ ਹਨ, ਬਹੁਤ ਇੱਛਾਵਾਂ, ਬਹੁਤ ਪ੍ਰੋਬਲਮਾਂ ਹਨ, ਲੋਕਾਂ ਨੂੰ ਸਮੱਸਿਆਵਾਂ ਹਨ। ਉਹਨਾਂ ਕਰਕੇ ਸਥਾਨਾਂ 'ਤੇ ਜਾ ਰਹੇ ਹਨ। ਅਤੇ ਇਹਨਾਂ ਨੂੰ ਕੋਈ ਧਰਮ ਦੀ ਇੱਛਾ ਥੋੜ੍ਹੀ ਹੈ, ਇਹ ਤਾਂ ਸਿਰਫ ਸੰਸਾਰ ਵਾਸਤੇ ਹੀ ਧਾਰਮਿਕ ਸਥਾਨਾਂ 'ਤੇ ਜਾ ਰਹੇ ਹੈ। ਅਤੇ ਜ਼ਿਆਦਾਤਰ 99% ਲੋਕ ਸੰਸਾਰ ਵਾਸਤੇ ਹੀ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ। ਅਤੇ ਹਰ ਇੱਕ ਧਾਰਮਿਕ ਸਥਾਨ ਵਾਲੇ ਨੇ ਉਹਨਾਂ ਦੀ ਇੱਛਾ ਚਾਹਤ ਪੂਰੀ ਕਰਨ ਵਾਸਤੇ, ਉਹਨਾਂ ਨੂੰ ਜੋੜਨ ਵਾਸਤੇ ਕੁਛ ਨਾ ਕੁਛ ਬਣਾਇਆ ਹੋਇਆ ਹੈ। ਅਤੇ ਇੱਥੇ ਤਾਂ ਕੁਛ ਵੀ ਨਹੀਂ ਬਣਿਆ ਹੋਇਆ ਹੈ। ਉਹਨਾਂ ਨੇ ਪੁੱਛ ਵੀ ਲਿਆ ਇਹ ਸਥਾਨ ਕਿਹਦਾ ਹੈ, ਭਾਵ ਕੀ ਜਗ੍ਹਾ ਕੋਈ ਪੁੱਛ ਲੈਂਦੇ ਹਨ। ਇਹ ਰਹਿਣ ਵਾਸਤੇ ਬਣਾਈ 4 ਦਿਨ, ਭਾਵ ਕਿ ਕਿਹੜੀ ਸੰਪਰਦਾ ਦੀ ਹੈ, ਜਾਂ ਕੋਈ ਮੰਦਰ ਹੈ, ਗੁਰਦੁਆਰਾ ਹੈ, ਕੋਈ ਨਿਸ਼ਾਨ ਵੀ ਨਹੀਂ ਲੱਗਦਾ ਹੈ, ਇੱਥੇ ਦਿਖਦਾ ਨਹੀਂ। ਇਸੇ ਕਰਕੇ ਨਹੀਂ ਕੋਈ ਇਹੋ ਜਿਹਾ ਆਡੰਬਰ ਕੀਤਾ ਇੱਥੇ, ਤਾਂ ਕਿ ਕਾਮਨਾ ਵਾਲੇ, ਚਾਹਤ ਵਾਲੇ ਨਾ ਆਉਣ ਇੱਥੇ, ਸੰਸਾਰੀ ਲੋਕ ਨਾ ਆਉਣ ਇੱਥੇ। ਇੱਥੇ ਉਹ ਆਉਣ ਜਿਨ੍ਹਾਂ ਨੇ ਚਾਹਤਾਂ ਛੱਡਣੀਆਂ ਹਨ, ਜਿਨ੍ਹਾਂ ਨੇ ਸੰਸਾਰ ਛੱਡਣਾ ਹੈ। ਇਸੇ ਕਾਰਨ ਹੀ ਇੱਥੇ ਆਉਣਾ ਵੀ ਕਠਿਨ ਹੈ, ਕਿਉਂਕਿ ਅਗਰ ਕੋਈ ਜਗ੍ਹਾ ਬਣੀ ਹੋਵੇ ਤਾਂ ਲੋਕ ਮੱਥਾ ਟੇਕਣ ਦੇ ਬਹਾਨੇ ਹੀ ਆ ਜਾਂਦੇ ਹਨ। ਜਿਵੇਂ ਸਿੱਖ ਸਾਧੂ ਹਨ, ਉਹ ਗੁਰਦੁਆਰਾ ਹੀ ਬਣਾ ਦਿੰਦੇ ਹਨ। ਚਲੋ ਲੋਕ ਮੱਥਾ ਹੀ ਟੇਕਣਗੇ, ਗੋਲਕ ਰੱਖਤੀ, ਆਮਦਨ ਹੋਣੀ ਸ਼ੁਰੂ ਹੋ ਜਾਂਦੀ ਹੈ ਨਾਲ, ਮੱਥਾ ਟੇਕਣ ਦੇ ਬਹਾਨੇ ਜੁੜਦੇ ਲੋਕ। ਬਾਕੀ ਹੋਰ ਜਿਹੜੇ ਸੰਪਰਦਾਵਾਂ ਦੇ ਹਨ, ਕੋਈ ਮੂਰਤੀ ਰੱਖ ਦਿੰਦਾ ਹੈ, ਕੋਈ ਸ਼ਿਵਲਿੰਗ ਸਥਾਪਿਤ ਕਰ ਦਿੰਦਾ ਹੈ, ਕੋਈ ਧੂਣਾ ਲਾ ਦਿੰਦਾ ਹੈ, ਕਈ ਉਹ ਸਾਰਾ ਕੁਛ ਹੀ ਬਹੁਤ ਕੁਛ ਰੱਖ ਦਿੰਦੇ ਹਨ। ਜੈਸੇ ਲੋਕ ਹੁੰਦੇ ਹਨ ਆਲੇ ਦੁਆਲੇ, ਵੈਸਾ ਹੀ ਜਿਵੇਂ ਇੱਥੇ ਇੱਕ ਸਥਾਨ ਬਣਿਆ ਹੋਇਆ ਹੈ, ਪਹਿਲਾਂ ਉੱਥੇ ਧੂਣਾ ਲੱਗਾ ਹੋਇਆ ਸੀ, ਫਿਰ ਸ਼ਿਵਲਿੰਗ ਸਥਾਪਿਤ ਕਰ ਦਿੱਤੇ, ਉਹ ਸ਼ਿਵਲਿੰਗ ਵਾਲੇ ਜੁੜ ਗਏ। ਹੁਣ ਬਾਬੇ ਸ਼੍ਰੀ ਚੰਦ ਦਾ ਮੰਦਰ ਬਣਾ ਦਿੱਤਾ, ਉਹਨਾਂ ਨੇ ਮੂਰਤੀ ਰੱਖ ਦਿੱਤੀ, ਚਲੋ ਜੀ ਉਹ ਵੀ ਆਉਣੇ ਸ਼ੁਰੂ ਹੋ ਜਾਣਗੇ। ਤਾਂ ਇੱਦਾਂ ਹਿੰਦੂ ਸਨਾਤਨ ਸਥਾਨਾਂ 'ਤੇ ਤੁਸੀਂ ਦੇਖੋ ਬਹੁਤ ਬਹੁਤ ਮੂਰਤੀਆਂ ਰੱਖੀਆਂ ਹੋਈਆਂ ਹਨ। ਹਰ ਇੱਕ ਦੀ ਮੂਰਤੀ ਰੱਖ ਦਿੰਦੇ ਹਨ, ਕਿਉਂਕਿ ਹਰ ਇੱਕ ਨੂੰ ਮੰਨਣ ਵਾਲਾ
ਆਦਮੀ ਹੈ। ਕਈ ਮੰਦਰਾਂ ਦੇ ਵਿੱਚ ਤੁਸੀਂ ਦੇਖੋਗੇ, ਮੈਂ ਵੀ ਅਕਸਰ ਹੈਰਾਨ ਹੁੰਦਾ ਵੀ ਇੱਕ ਮੂਰਤੀ ਨਹੀਂ ਸਰ ਸਕਦਾ ਸੀ। ਬਹੁਤ ਦੇਵੀ ਦੇਵਤਿਆਂ ਦੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਕੱਢ ਕੇ ਰੱਖੀਆਂ ਹੋਈਆਂ, ਸਾਧੂ ਮਹਾਤਮਾ ਦੀਆਂ ਵੀ ਰੱਖ ਦਿੰਦੇ। ਭਾਵ ਇਹ ਹੈ ਵੀ ਹਰ ਇੱਕ ਨੂੰ ਆਪਣਾ ਆਪਣੀ ਚੁਆਇਸ ਦਾ ਉੱਥੇ ਮਹਾਤਮਾ, ਦੇਵੀ ਦੇਵਤਾ ਜਿਹਨੂੰ ਵੀ ਮੰਨਦਾ ਉਹ ਮਿਲ ਜਾਵੇ ਅਤੇ ਜੁੜ ਜਾਂਦਾ ਹੈ ਅਗਲਾ। ਕਈਆਂ ਨੇ ਮੰਦਰ ਵੀ ਬਣਾਇਆ ਹੁੰਦਾ, ਨਾਲ ਗੁਰਦੁਆਰਾ ਵੀ ਬਣਾ ਲੈਂਦੇ ਹਨ। ਉਹ ਮੰਦਰ ਵਾਲੇ ਵੀ ਜੁੜੇ ਰਹਿੰਦੇ ਹਨ, ਗੁਰਦੁਆਰੇ ਵਾਲੇ ਵੀ ਜੁੜ ਜਾਂਦੇ। ਕੋਈ ਕਬਰ ਬਣਾ ਲੈਂਦਾ ਹੈ, ਕੋਈ ਸਮਾਧ ਬਣਾ ਲੈਂਦਾ ਹੈ, ਕੋਈ ਪਿਛਲੇ ਜਿਹੜੇ ਗਏ ਬੀਤੇ ਸਾਧੂ ਮਹਾਤਮਾ ਉਹਨਾਂ ਦੇ ਅੰਗੀਠੇ ਬਣਾ ਲੈਂਦਾ, ਕੋਈ ਨਾ ਕੋਈ ਜਗ੍ਹਾ ਬਣਾਉਂਦਾ ਹੈ ਅਤੇ ਲੋਕ ਜੁੜਦੇ ਹਨ। ਕਿਸੇ ਸੰਪਰਦਾ ਦੇ ਨਾਂ ਦੇ ਵੀ ਜੁੜਦੇ ਹਨ। ਪਰ ਇੱਥੇ ਕੁਛ ਵੀ ਨਹੀਂ ਹੈ। ਫਿਰ ਇਹ ਧਾਰਮਿਕ ਜਗ੍ਹਾ ਵੀ ਨਹੀਂ ਲੱਗਦੀ। ਨਾਮ ਵੀ ਐਸਾ ਹੀ ਹੈ, ਸ਼ਾਂਤ ਬੇਲਾ, ਜਾਂ ਤਾਂ ਸੰਤ ਬੇਲਾ ਹੋਵੇ ਅਤੇ ਲੋਕ ਸਮਝਣ ਵੀ ਸੰਤ ਆ, ਕੋਈ ਮਹਾਤਮਾ ਰਹਿੰਦੇ, ਜਾਂ ਸਾਧੂ ਬੇਲਾ। ਅਤੇ ਆਲੇ ਦੁਆਲੇ ਜਿਹੜੇ ਲੋਕ ਹਨ ਉਹਨਾਂ ਨੂੰ ਵੀ ਪੂਰਾ ਨਹੀਂ ਪਤਾ ਲੱਗ ਰਿਹਾ ਹੈ ਵੀ ਇਹ ਧਾਰਮਿਕ ਸਥਾਨ ਹੈ, ਵੀ ਧਾਰਮਿਕ ਕੋਈ ਕਰਮਕਾਂਡ ਵੀ ਨਹੀਂ ਹੋ ਰਿਹਾ ਹੈ। ਨਹੀਂ ਤਾਂ ਅਕਸਰ ਧਾਰਮਿਕ ਸਥਾਨਾਂ 'ਤੇ ਕੁਛ ਨਾ ਕੁਛ ਕਰਵਾਉਂਦੇ ਹਨ ਲੋਕ। ਕੋਈ ਪੂਰਨਮਾਸੀ ਲਵਾ ਰਿਹਾ ਹੈ, ਕੋਈ ਮੱਸਿਆ, ਕੋਈ ਪੰਚਮੀ, ਜਾਂ ਕੋਈ ਸਾਧੂ ਮਹਾਤਮਾ ਰਿਹਾ ਉਹਦੀ ਬਰਸੀ, ਜਾਂ ਇੱਥੇ ਭੰਡਾਰੇ ਵਗੈਰਾ ਕਰਾਉਂਦੇ ਹਨ ਲੋਕ, ਸ਼ਿਵਰਾਤਰੀ, ਕੁਛ ਨਾ ਕੁਛ ਕਰਵਾਉਂਦੇ ਹਨ ਉਸ ਸਥਾਨ ਦੇ ਹਿਸਾਬ ਦੇ ਨਾਲ। ਕੋਈ ਗੁਰਪੁਰਬ ਮਨਾਉਂਦਾ, ਪਰ ਇੱਥੇ ਤਾਂ ਪ੍ਰੋਗਰਾਮ ਵੀ ਕੋਈ ਨਹੀਂ ਕਰਾ ਰਹੇ ਹਾਂ ਅਸੀਂ। ਅਤੇ ਅਗਲਾ ਸੋਚਦਾ ਹੈ ਕੋਈ ਪ੍ਰੋਗਰਾਮ ਵੀ ਨਹੀਂ ਕਰਾਇਆ ਹੈ ਇਹਨਾਂ ਨੇ ਕਦੇ, ਅਤੇ ਆਉਣ ਦਾ ਬਹਾਨਾ ਵੀ ਨਹੀਂ ਮਿਲਦਾ, ਕੋਈ ਭੰਡਾਰਾ ਵੀ ਨਹੀਂ। ਅਤੇ ਬਹੁਤ ਸਾਰੇ ਲੋਕ ਜਾਣਦੇ ਵੀ ਨਹੀਂ ਹੈ। ਇੱਥੇ ਕਈ ਵਾਰ ਪ੍ਰੇਮੀ ਆ ਜਾਣਗੇ। ਪਿੱਛੇ ਜਿਹੇ ਇੱਕ ਮਾਈ ਆਈ ਸੀ, ਉਹ ਬਹੁਤ ਪੁੱਛਦੀ ਪਛਾਉਂਦੀ ਆਈ, ਕਹਿੰਦੀ ਤੁਹਾਨੂੰ ਕੋਈ ਜਾਣਦਾ ਹੀ ਨਹੀਂ ਇੱਥੇ। ਮੈਂ ਸੋਚਿਆ ਇਹ ਵੱਡੇ ਵੱਡੇ ਬਾਬੇ ਵੀ ਬਹੁਤ ਦੂਰ ਤੱਕ ਲੋਕ ਜਾਣਦੇ ਹੋਣਗੇ, ਤੁਹਾਡੇ ਲਾਗੇ ਲਾਗੇ ਨਹੀਂ ਜਾਣਦੇ ਇੱਥੇ। ਮੈਂ ਕਿਹਾ ਇੱਥੇ ਮੈਂ ਜਣਾਇਆ ਵੀ ਨਹੀਂ ਬਹੁਤਾ, ਕਿਉਂਕਿ ਮੈਂ ਬਹੁਤ ਬਾਹਰ ਘੱਟ ਪ੍ਰੋਗਰਾਮਾਂ 'ਤੇ ਗਿਆ ਹਾਂ, ਬਹੁਤ ਬਾਹਰ ਘੱਟ ਵਿਚਰਿਆ ਹਾਂ ਲੋਕਾਂ ਦੇ ਵਿੱਚ, ਜਾਣੀ ਆਉਣੀ ਬਹੁਤ ਘੱਟ ਰਹੀ ਹੈ। ਕਿਉਂਕਿ ਜਾਣਾ ਆਉਣਾ ਤਾਂ ਉਹਨਾਂ ਦਾ ਬਣਦਾ ਜਿਹਨਾਂ ਨੂੰ ਸੰਸਾਰ ਦੇ ਨਾਲ ਕੋਈ ਲੱਕਾ ਦਿੱਕਾ ਹੁੰਦਾ ਹੈ, ਕੋਈ ਚਾਹਤ ਹੁੰਦੀ ਹੈ। ਆਮ ਕਰਕੇ ਸਾਧੂ ਮਹਾਤਮਾ ਵੀ ਜਿਹੜੇ ਆ ਜਾਂਦੇ ਹਨ ਨਾ ਸੰਸਾਰ ਨੂੰ ਛੱਡ ਕੇ, ਉਹ ਵੀ ਸੰਸਾਰੀਆਂ ਦੇ ਨਾਲ ਜੁੜੇ ਰਹਿੰਦੇ, ਆਪਣੇ ਸਥਾਨ ਦੇ ਨਾਲ ਜੋੜਦੇ ਨਹੀਂ, ਅਤੇ ਉਹਨਾਂ ਦੇ ਘਰਾਂ ਦੇ ਵਿੱਚ ਹੀ ਜਾਂਦੇ ਰਹਿੰਦੇ, ਕਈ ਪ੍ਰਸ਼ਾਦਾ ਛਕਣ ਹੀ ਜਾਂਦੇ ਰਹਿੰਦੇ। ਦੋਸ਼ ਢੰਗ ਦੇ ਨਾਲ ਲੋਕ ਜੁੜੇ ਰਹਿੰਦੇ ਹਨ, ਪ੍ਰੋਗਰਾਮਾਂ 'ਤੇ ਸੱਦਦੇ ਰਹਿੰਦੇ, ਜਾਂਦੇ ਰਹਿੰਦੇ, ਕੁਛ ਨਾ ਕੁਛ ਉਹਨਾਂ ਦੀ ਜਾਣ ਪਹਿਚਾਣ ਹੁੰਦੀ। ਅਤੇ ਸੰਸਾਰੀ ਜਿਹੜੇ ਹਨ ਨਾ ਉਹ ਤਾਂ ਜੁੜਦੇ ਹਨ ਸੰਸਾਰਿਕ ਕਾਮਨਾ ਕਰਕੇ। ਅਤੇ ਇੱਧਰ ਉਲਟਾ ਕੰਮ ਹੋ ਰਿਹਾ ਹੈ। ਇੱਧਰ ਇਹ ਕਿਹਾ ਜਾ ਰਿਹਾ ਹੈ ਵੀ ਸੰਸਾਰਿਕ ਚਾਹਤਾਂ ਤਾਂ ਛੱਡਣੀਆਂ ਹੀ ਹਨ, ਆਪਣੇ ਜੀਵਨ ਦੀ ਚਾਹਤ ਵੀ ਛੱਡਣੀ ਹੈ ਅਗਰ ਇੱਥੇ ਆਉਣਾ ਹੈ ਤਾਂ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡੇ ਆਸ, ਹੋ ਸਬਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਇੱਥੇ ਜੀਵਨ ਦੀ ਆਸ ਛੱਡ ਕੇ ਆਉਣਾ ਹੈ, ਅਤੇ ਜੀਵਨ ਦੀ ਚਾਹਤ ਵਾਲੇ ਸੰਸਾਰ 'ਚ ਰਹਿੰਦੇ ਹਨ, ਅਤੇ ਜੀਵਨ ਦੀ ਚਾਹਤ ਵਾਲੇ ਹੀ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ, ਜੁੜੇ ਹੋਏ ਹਨ। ਧਾਰਮਿਕ ਲੋਕ ਵੀ ਚਾਹਤ ਦੇ ਨਾਲ ਹੀ ਜੁੜੇ ਹੋਏ। ਅਤੇ ਪਹਿਲਾਂ ਤਾਂ ਸੁੱਖਾਂ ਦੀ ਚਾਹਤ ਛੱਡਣੀ ਹੈ। ਸੁੱਖ ਦੀ ਚਾਹਤ ਕਰਕੇ ਹੀ ਤੁਹਾਡਾ ਮਨ ਜਿਹੜਾ ਹੈ ਨਾ ਉਹ ਆਦੀ ਹੋ ਜਾਂਦਾ ਹੈ ਸੁੱਖਾਂ ਦਾ।
ਤੇ ਸੁੱਖਾਂ ਦੀਆਂ ਚਾਹਤਾਂ ਛੱਡੋਗੇ, ਹੌਲੀ ਹੌਲੀ ਪਿੱਛੇ ਹਟੋਗੇ ਤੇ ਇਹਦੀਆਂ ਆਦਤਾਂ ਛੁੱਟਣਗੀਆਂ। ਫਿਰ ਹੋਰ ਚਾਹਤਾਂ ਛੱਡਣੀਆਂ ਹਨ, ਫਿਰ ਧਾਰਮਿਕ ਚਾਹਤਾਂ ਛੱਡਣੀਆਂ ਹਨ। ਧਾਰਮਿਕ ਚਾਹਤਾਂ ਵੀ ਹਨ। ਕਈ ਕਹਿੰਦੇ ਹਨ ਪਾਠ ਪੜ੍ਹੋਗੇ ਬੜਾ ਸਕੂਨ ਮਿਲੇਗਾ, ਸੁੱਖ ਮਿਲੂਗਾ, ਨਾਮ ਜਪੋਗੇ ਆਨੰਦ ਮਿਲੇਗਾ, ਰਸ ਮਿਲੇਗਾ। ਕਈਆਂ ਨੂੰ ਮਿਲਦਾ ਵੀ ਹੈ ਤੇ ਜਦੋਂ ਮਿਲਦਾ ਬੜੇ ਖੁਸ਼ ਹੋ ਜਾਂਦੇ ਹਨ, ਬੜਾ ਆਨੰਦ ਮਿਲਿਆ। ਕਈ ਕਹਿ ਦਿੰਦੇ ਮਿਲਦਾ ਸੁੱਖ ਹੀ ਹੈ, ਪਰ ਮਿਲਦਾ ਹੈ ਜਦੋਂ ਕਹਿ ਦਿੰਦੇ ਬੜਾ ਮਿਲਿਆ ਉਦੋਂ ਖੋ ਜਾਂਦਾ ਹੈ, ਕਿਉਂਕਿ ਉਹ ਮਾਨਸਿਕ ਹੈ ਨਾ। ਮਨ ਦੀ ਚਾਹਤ ਦੁਆਰਾ ਪੈਦਾ ਹੋਇਆ ਸੁੱਖ ਹੈ, ਉਹ ਖੋ ਜਾਵੇਗਾ। ਕਿਉਂਕਿ ਜਿਹੜਾ ਮਨ ਅਨੁਭਵ ਕਰ ਰਿਹਾ ਹੈ ਉਹ ਮਨ ਦਾ ਹੀ ਸੁੱਖ ਹੈ। ਖਿਆਲ ਵਿੱਚ ਰੱਖੋ, ਜਿਵੇਂ ਪਿੱਛੇ ਜੇ ਕਮਾਈ ਨੇ ਰਿਕਾਰਡਿੰਗ ਦੁਆਰਾ ਕਿਹਾ ਸੀ ਨਾ ਵੀ ਮੈਂ ਮਿਟ ਗਈ, ਤੋ ਮਿਟਣ ਕਰਕੇ ਉਹਨੂੰ ਰਸ ਮਿਲਿਆ, ਆਨੰਦ ਮਿਲਿਆ, ਸਕੂਨ ਮਿਲਿਆ। ਇਸ ਕਰਕੇ ਤੇ ਉਹਦੀ ਚਾਹਤ ਪੈਦਾ ਹੋਈ ਫਿਰ ਤੋਂ ਮਿਲੇ। ਪਰ ਉਹ ਮਿਲਿਆ ਕਿਹਨੂੰ? ਮਨ ਨੂੰ। ਇਸ ਕਰਕੇ ਖੋ ਵੀ ਗਿਆ ਤੇ ਉਹਦੇ ਹੀ ਚਾਹਤ ਪੈਦਾ ਹੋਊਗੀ। ਤੇ ਇੱਦਾਂ ਹੀ ਧਾਰਮਿਕ ਲੋਕ ਜਿਹੜੇ ਹਨ ਬਹੁਤੇ ਹੀ ਉਲਝੇ ਹੋਏ ਹਨ। ਕਿਸੇ ਨੂੰ ਥੋੜ੍ਹਾ ਬਹੁਤਾ ਇੱਦਾਂ ਸਕੂਨ ਮਿਲ ਜਾਂਦਾ ਹੈ ਅੰਦਰੋਂ, ਕੋਈ ਥੋੜ੍ਹਾ ਜਿਹਾ ਅਨੁਭਵ ਹੋ ਜਾਂਦਾ ਹੈ ਤੇ ਬਸ ਉਹ ਉੱਥੇ ਹੀ ਮਨ ਉਹਨਾਂ ਦਾ ਉਲਝ ਜਾਂਦਾ ਹੈ, ਜਾਂ ਵਾਰ-ਵਾਰ ਡਿਮਾਂਡ ਕਰਨ ਲੱਗ ਜਾਂਦਾ ਹੈ ਉਹਨਾਂ ਸੁੱਖਾਂ ਦੇ ਵਿੱਚ। ਇਹ ਧਾਰਮਿਕ ਸੁੱਖ ਵੀ ਛੱਡਣੇ ਹਨ, ਬਾਹਰੀ ਸੁੱਖ ਤੇ ਛੱਡਣੇ ਹਨ, ਅੰਦਰੂਨੀ ਸੁੱਖ ਵੀ ਛੱਡਣੇ ਹਨ। ਬਾਹਰੀ ਚਾਹਤਾਂ ਤੇ ਛੱਡਣੀਆਂ ਹਨ, ਅੰਦਰੂਨੀ ਚਾਹਤਾਂ ਵੀ ਛੱਡਣੀਆਂ ਹਨ। ਜਿਵੇਂ ਬਾਹਰੀ ਚਾਹਤਾਂ ਸੁੱਖ ਦੇ ਕਰਕੇ ਪੈਦਾ ਹੁੰਦੀਆਂ ਹਨ, ਅੰਦਰੂਨੀ ਚਾਹਤਾਂ ਵੀ ਸੁੱਖ ਦੀ ਵਾਸ਼ਨਾ ਕਰਕੇ ਪੈਦਾ ਹੁੰਦੀਆਂ ਹਨ। ਤੁਸੀਂ ਸੋਚ ਲੈਂਦੇ ਹੋ ਵੀ ਸੁੱਖ ਮਿਲੇਗਾ, ਜਿਵੇਂ ਆਹ ਕਿਹਾ ਹੈ ਨਾ ਵੀ ਪਰਮਾਤਮਾ ਦੇ ਦਰਸ਼ਨ, ਜੋ ਸਭ ਨੂੰ ਵੇਖ ਰਿਹਾ ਹੈ ਉਸ ਨੂੰ ਵੀ ਵੇਖਿਆ ਜਾ ਸਕਦਾ ਹੈ। ਪਰ ਉਸ ਨੂੰ ਚਾਹਤ ਕਰਕੇ ਨਹੀਂ ਵੇਖਿਆ ਜਾ ਸਕਦਾ। ਤੁਸੀਂ ਨਹੀਂ ਵੇਖੋਗੇ ਉਹਨੂੰ। ਇਸੇ ਕਾਰਨ ਤੇ ਕਬੀਰ ਜੀ ਨੇ ਕਿਹਾ ਸੀ ਨਾ, ਲੱਖ ਨਾ ਲਖਿਆ ਜਾਏ। ਜਦੋਂ ਆਪਣੀ ਅੱਖ ਦੇ ਨਾਲ ਦੇਖ ਰਿਹਾ ਸੀ ਉਦੋਂ ਨਹੀਂ ਕਹਿੰਦਾ ਨਹੀਂ ਲਿਖਿਆ ਜਾ ਸਕਦਾ, ਮੈਂ ਨਹੀਂ ਦੇਖ ਸਕਦਾ, ਕਿਉਂਕਿ ਮੈਂ ਜਿਹੜਾ ਚਾਹਤ ਕਰਕੇ ਦੇਖ ਰਿਹਾ ਹੈ। ਤੁਸੀਂ ਸੰਸਾਰ ਨੂੰ ਚਾਹਤ ਕਰਕੇ ਦੇਖ ਰਹੇ ਹੋ, ਇੱਦਾਂ ਹੀ ਪਰਮਾਤਮਾ ਨੂੰ ਤੁਸੀਂ ਚਾਹਤ ਕਰਕੇ ਨਹੀਂ ਦੇਖ ਸਕਦੇ। ਇਸ ਕਰਕੇ ਸਮਰਪਿਤ ਹੋਣਾ ਪੈਂਦਾ ਹੈ। ਕਹੋ ਕਬੀਰ ਸ਼ੰਕਾ ਨਾ ਠੀ, ਅਕੁਲ ਨਿਰੰਜਨ ਡੀਠ, ਗੁਰ ਗੁੜ ਦੀਨਾ ਮੀਠਾ। ਕਹਿੰਦੇ ਗੁਰੂ ਨੇ ਗੁੜ ਮਿੱਠਾ ਦੇ ਦਿੱਤਾ, ਗੁਣ ਕਹਿ ਲਓ, ਉਪਦੇਸ਼ ਵੀ ਆਪਣੀ ਅੱਖ ਬੰਦ ਕਰ, ਤਾਂ ਭਾਵ ਕਿ ਤੂੰ ਦੇਖਣ ਦੀ ਚਾਹਤ ਛੱਡ ਦੇ। ਇਹਦਾ ਭਾਵ ਇਹ ਹੁੰਦਾ ਪਰਮਾਤਮਾ ਨੂੰ ਦੇਖਣ ਦੀ ਚਾਹਤ, ਪਰ ਉਹ ਸਾਰਿਆਂ ਨੂੰ ਬਾਹਰ ਦੇ ਵਿੱਚ ਛੁੱਟੇਗੀ। ਖਿਆਲ ਵਿੱਚ ਰੱਖੋ, ਪਹਿਲਾਂ ਬਾਹਰੋਂ ਯਾਤਰਾ ਸ਼ੁਰੂ ਕਰਨੀ ਹੈ ਤੇ ਸਿਰਫ ਸ਼ਬਦ ਨਹੀਂ ਖਿਆਲ ਵਿੱਚ ਰੱਖਣੇ ਹਨ। ਤੇ ਜੋ ਸਮਝ ਵਿੱਚ ਆਇਆ ਹੈ ਨਾ ਤੁਹਾਡੇ, ਤੁਸੀਂ ਕਿਹਾ ਵੀ ਹੈ ਅੰਤਰਮੁਖ ਹੋਣਾ। ਅੰਤਰਮੁਖ ਉਦੋਂ ਹੋਵੋਗੇ ਤੁਸੀਂ ਜਦੋਂ ਤੁਹਾਡੀ ਬਾਹਰੀ ਜੀਵਨ ਦੀ ਚਾਹਤ ਖਤਮ ਹੋ ਜਾਵੇਗੀ।
ਚਾਹਤ ਉਦੋਂ ਖਤਮ ਹੋਵੇਗੀ ਜਦੋਂ ਤੁਹਾਡੀ ਸੁੱਖ ਦੀ ਵਾਸ਼ਨਾ ਖਤਮ ਹੋ ਜਾਵੇਗੀ। ਹੁਣ ਤੁਸੀਂ ਸੋਚੋ, ਖਿਆਲ ਕਰੋ, ਕਈ ਕਹਿੰਦੇ ਵੀ ਹਨ ਪ੍ਰੇਮੀ ਵੀ ਅਸੀਂ ਡਰਦੇ ਹਾਂ ਵੀ ਜੇ ਅਗਰ ਸਾਰੇ ਵਿਛੜ ਗਏ ਸਾਡੇ ਤੋਂ ਤਾਂ ਅਸੀਂ ਕਿਵੇਂ ਜੀਵਾਂਗੇ। ਦੁੱਖ ਤੋਂ ਆਦਮੀ ਡਰਦਾ ਹੈ ਨਾ, ਕੋਈ ਵੀ ਨਾ ਰਿਹਾ ਤਾਂ ਫਿਰ ਕੀ ਬਣੂਗਾ। ਭੈਭੀਤ ਹੈ ਨਾ। ਸੁੱਖ ਦੀ ਵਾਸ਼ਨਾ ਕਰਕੇ ਸੰਸਾਰ ਨਾਲ ਤੁਸੀਂ ਜੁੜੇ ਹੋ, ਪਰਿਵਾਰ ਨਾਲ ਜੁੜੇ। ਤਾਂ ਐਸਾ ਨਹੀਂ ਹੈ ਤੁਸੀਂ ਅਲੱਗਾ ਹੋਵੋਗੇ ਤਾਂ ਟੁੱਟੋਗੇ। ਅਗਰ ਵਿੱਚ ਵੀ ਰਹੇ ਤੁਸੀਂ ਅਤੇ ਅੰਤਰਮੁਖ ਹੋ ਗਏ ਤਾਂ ਵੀ ਟੁੱਟ ਜਾਣਾ ਹੈ। ਵੈਸਾ ਹੀ ਅਨੁਭਵ ਹੁੰਦਾ ਹੈ ਟੁੱਟਣ ਦਾ। ਕੋਈ ਵੀ ਨਹੀਂ ਰਹਿਣਾ ਹੈ ਅਤੇ ਸਾਰਿਆਂ ਨਾਲੋਂ ਟੁੱਟਣਾ ਹੈ। ਸੁੱਖ ਦੀ ਵਾਸ਼ਨਾ ਨਾ ਹੋਵੇਗੀ ਤਾਂ ਤੁਸੀਂ ਸੰਸਾਰ ਨਾਲੋਂ ਟੁੱਟ ਸਕਦੇ ਹੋ, ਤਾਂ ਤੁਸੀਂ ਗਿਆਨ ਨਾਲੋਂ ਵੀ ਟੁੱਟ ਸਕਦੇ ਹੋ। ਕਿਉਂਕਿ ਗਿਆਨ ਦੁਆਰਾ ਹੀ ਸੁੱਖ ਦੀ ਵਾਸ਼ਨਾ ਪੂਰੀ ਹੁੰਦੀ ਹੈ। ਖਿਆਲ ਵਿੱਚ ਰੱਖਿਓ, ਸੁੱਖ ਦੀ ਵਾਸ਼ਨਾ ਨਾ ਰਹੀ, ਜੋ ਨਰ ਸੁੱਖ ਮੈਂ ਸੁੱਖ ਨਹੀਂ ਮਾਨੈ। ਜਿਹੜਾ ਸੁੱਖ ਨਹੀਂ ਮਾਣਦਾ, ਸੁੱਖ ਦੀ ਵਾਸ਼ਨਾ ਛੱਡ ਦਿੱਤੀ ਤਾਂ ਉਹਦਾ ਇੱਛਾ ਛੁੱਟ ਗਈ, ਚਾਹਤ ਛੁੱਟ ਗਈ, ਉਹਦਾ ਫਿਰ ਗਿਆਨ ਵੀ ਛੁੱਟ ਗਿਆ। ਉਹ ਫਿਰ ਆਉਂਦਾ ਹੈ ਆਪਣੇ ਅੰਦਰ। ਫਿਰ ਉਹਨੂੰ ਹੁੰਦੇ ਹਨ ਆਪਣੇ ਮੂਲ ਦੇ ਦਰਸ਼ਨ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਫਿਰ ਢਾਡੀ ਕੋ ਮੰਗਣ ਚਿਤ ਨਾ ਆਵੈ। ਫਿਰ ਢਾਡੀ ਪੂਰਨ ਤ੍ਰਿਪਤਾਵੈ ਤਾਵੈ ਤਾਵੈ।